ਧੰਨ ਵਾਹਿਗੁਰੂ ਜੀਓ। ਗੌੜੀ ਕਾਲ ਬੂਤ ਕੀ ਹਸਤਨੀ ਮਨ ਬਉਰਾ ਰੇ। ਚਲਤ ਰਚਿਓ ਜਗਦੀਸ਼ ਕਾਮ ਸੁਆਏ ਗਜ ਬਸ ਪਰੇ। ਮਨ ਬਉਰਾ ਰੇ ਅੰਕੁਸ ਸਹਿਓ ਸੀਸ। ਬਿਖੈ ਬਾਚ ਹਰ ਰਾਚ ਸਮਝ ਮਾਨੋ ਬਉਰਾ ਰੇ। ਨਿਰਭੈ ਹੋਏ ਨਾ ਹਰ ਭਜੇ ਮਨ ਬਉਰਾ ਰੇ। ਗਹਿਓ ਨਾ ਰਾਮ ਜਹਾਜ ਰਹਾਉ। ਮਰਕਟ ਮੁਸ਼ਟੀ ਅਨਾਜ ਕੀ ਮਨ ਬਉਰਾ ਰੇ। ਲੀਨੀ ਹਾਥ ਪਸਾਰ ਛੂਟਨ ਕੋ ਸੰਸਾ ਪਰਿਆ ਮਨ ਬਉਰਾ ਰੇ। ਨਾਚਿਓ ਘਰ ਘਰ ਬਾਰ ਜਿਉ ਨਲਨੀ ਸੁਅਟਾ ਗਹਿਓ ਮਨ ਬਉਰਾ ਰੇ। ਮਾਇਆ ਇਹ ਬਿਵਹਾਰ ਜੈਸਾ ਰੰਗ ਕਸੁੰਭ ਕਾ ਮਨ ਬਉਰਾ ਰੇ। ਤਿਉ ਪਸਰਿਓ ਪਾਸਾਰ ਨਾਵਨ ਕੋ ਤੀਰਥ ਘਨੇ ਮਨ ਬਉਰਾ ਰੇ। ਪੂਜਨ ਕੋ ਬਹੁ ਦੇਵ ਕਹੋ ਕਬੀਰ। ਛੂਟਨ ਨਹੀਂ ਮਨ ਬਉਰਾ ਰੇ। ਛੂਟਨ ਹਰ ਕੀ ਸੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਮਾਲਕ ਅਕਾਲ ਪੁਰਖ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰੂ ਮਹਾਰਾਜ ਦੀ ਮੁਬਾਰਕ ਸੁਹਬਤ ਵਿੱਚ ਸਤਿਗੁਰਾਂ ਦੇ ਪਾਵਨ ਚਰਨ ਪਰਸਨ ਦਾ ਹਜ਼ੂਰ ਦੀ ਅੰਮ੍ਰਿਤਮਈ ਬਾਣੀ ਨਾਲ ਸਾਂਝ ਬਣਾਉਣ ਦਾ ਇਹ ਸੁਭਾਗ ਸਮਾਂ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਨਿਤਨੇਮ ਦੇ ਪਾਠ ਉਪਰੰਤ ਗੁਰਬਾਣੀ ਦੇ ਸ੍ਰੀ ਸਹਿਜ ਪਾਠ ਤੇ ਸ਼ਲੋਕਾਂ ਦੇ ਪਾਠ ਆਪ ਜੀ ਨੇ ਜੋ ਕਿ ਡਾਕਟਰ ਮਨਬੀਰ ਸਿੰਘ ਜੀ ਸਮੂਹ ਸੇਵਕ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਆਪ ਸਤਿਗੁਰੂ ਦੀ ਪਾਵਨ ਬਾਣੀ ਨੂੰ ਗੁਰੂ ਬਖਸ਼ਿਸ਼ ਸਦਕਾ ਪੜ੍ਹਨ ਦਾ ਯਤਨ ਕੀਤਾ ਹੈ। ਸਹਿਜ ਪਾਠ ਦੀ ਸਮਾਪਤੀ ਉਪਰੰਤ ਆਪ ਜੀ ਨੇ ਗਰੀਬ ਨਵਾਜ ਸਤਿਗੁਰਾਂ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੇ ਨੇ। ਨਿਯਤ ਸਮੇਂ ਦੀ ਹੱਦਬੰਦੀ ਵਿੱਚ ਰਹਿੰਦਿਆਂ ਆਪਾਂ ਯਤਨ ਕਰਨਾ ਹੈ ਗੁਰੂ ਕੀ ਪਾਵਨ ਬਾਣੀ ਦੇ ਸ਼ਬਦ ਦੀ ਵਿਚਾਰ ਦੇ ਨਾਲ ਮਨ ਬਿਰਤੀਆਂ ਨੂੰ ਜੋੜ ਸਕੀਏ। ਜਿਸ ਪਾਵਨ ਸ਼ਬਦ ਆਪ ਜੀ ਨੇ ਪਾਠ ਹੁਣੇ ਹੀ
ਦਾਸ ਪਾਸੋਂ ਸਰਵਣ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 335 ਔਰ 36 ਉੱਪਰ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਭਗਤ ਕਬੀਰ ਜੀ ਮਹਾਰਾਜ ਦਾ ਰਾਗ ਗੌੜੀ ਵਿੱਚ ਇਹ ਸ਼ਬਦ ਹੈ। ਸ਼ਬਦ ਨੂੰ ਜਦੋਂ ਆਪਾਂ ਪੜ੍ਹਿਆ ਹੈ ਤਾਂ ਜਿਹੜੀਆਂ ਉਦਾਹਰਨਾਂ ਭਗਤ ਜੀ ਮਹਾਰਾਜ ਨੇ ਇਸ ਪਾਵਨ ਸ਼ਬਦ ਵਿੱਚ ਦਿੱਤੀਆਂ ਨੇ, ਜਿਨ੍ਹਾਂ ਜਿਨ੍ਹਾਂ ਵਾਸ਼ਨਾਵਾਂ ਵਿੱਚ ਸਾਡਾ ਮਨ ਭਟਕਦਾ ਹੈ, ਜਿਹੜੀਆਂ ਚੀਜ਼ਾਂ ਸਾਨੂੰ ਕੁਰਾਹੇ ਪਾਉਂਦੀਆਂ ਹਨ, ਜੀਵਨ ਦੇ ਇਸ ਸਫ਼ਰ ਨੂੰ ਪੇਚੀਦਾ ਤੇ ਮੁਸ਼ਕਲਾਂ ਭਰਿਆ ਬਣਾ ਦਿੰਦੀਆਂ ਹਨ, ਭਗਤ ਕਬੀਰ ਜੀ ਨੇ ਉਹਨਾਂ ਚੀਜ਼ਾਂ ਦਾ ਉਦਾਹਰਣ ਮਾਤਰ ਜ਼ਿਕਰ ਕੀਤਾ ਹੈ, ਫੋਰ ਐਗਜ਼ਾਮਪਲ ਜ਼ਿਕਰ ਕੀਤਾ ਹੈ, ਤੇ ਸਾਨੂੰ ਸਾਰਿਆਂ ਨੂੰ ਇੱਕ ਪ੍ਰੇਰਣਾ ਦਿੱਤੀ ਹੈ ਕਿ ਅਸੀਂ ਆਪਣੇ ਜੀਵਨ ਨੂੰ, ਆਪਣੀ ਲਾਈਫ ਨੂੰ, ਆਪਣੇ ਇਸ ਸਮੇਂ ਨੂੰ ਅਜਾਈਂ ਨਾ ਗਵਾਈਏ। ਉਹਨਾਂ ਚੀਜ਼ਾਂ ਦੇ ਮਗਰ ਲੱਗ ਕੇ ਜਿਹੜੀਆਂ ਚੀਜ਼ਾਂ ਸਾਡੇ ਲਈ ਮੁਸ਼ਕਲਾਂ, ਉਲਝਣਾਂ ਅਤੇ ਦੁੱਖ ਪੈਦਾ ਕਰਦੀਆਂ ਹਨ। ਪਰ ਮਨੁੱਖ ਦੀ ਸਮੱਸਿਆ ਇਹ ਹੈ ਕਿ ਉਹਨੂੰ ਜਿਹੜੀਆਂ ਚੀਜ਼ਾਂ ਦਿਸਣ ਵਿੱਚ ਵਧੀਆ ਲੱਗਦੀਆਂ ਹਨ ਜਾਂ ਜਿਨ੍ਹਾਂ ਦਾ ਉਹਨੂੰ ਚਸਕਾ ਚੰਗਾ ਲੱਗਦਾ ਹੈ, ਉਹ ਉਹਨਾਂ ਵੱਲ ਦੌੜਦਾ ਹੈ, ਭਾਵੇਂ ਉਸ ਵਿੱਚੋਂ ਕਿੰਨੀ ਵੀ ਵੱਡੀ ਮੁਸ਼ਕਲ ਤੇ ਉਲਝਣ ਜਾਂ ਦੁੱਖ ਉਸ ਨੂੰ ਸਹਿਣਾ ਪਵੇ। ਗਰੀਬ ਨਵਾਜ ਮਹਾਰਾਜ ਨੇ ਬਾਣੀ ਦੇ ਅੰਦਰ ਇਹ ਉਦਾਹਰਣ ਦਿੱਤੀ। ਕਹਿੰਦੇ ਨੇ ਇੱਕ ਛੋਟਾ ਬਾਲਕ ਹੈ, ਬੱਚੇ ਦੇ ਅੰਦਰ ਇੱਕ ਅਣਜਾਣਪਣਾ ਹੁੰਦਾ ਹੈ, ਬੇਸਮਝੀ ਹੁੰਦੀ ਹੈ, ਕਿਉਂਕਿ ਉਹਨੂੰ ਜੀਵਨ ਦਾ ਅਜੇ ਤਜਰਬਾ ਨਹੀਂ ਹੋਇਆ। ਦੇਖ ਤੇ ਹੋ ਰਿਹਾ ਹੈ ਸੰਸਾਰ, ਚੀਜ਼ਾਂ ਉਹ ਵੀ ਦੇਖਦਾ, ਬੱਚਾ ਵੀ ਦੇਖਦਾ ਜਿਵੇਂ ਆਪਾਂ ਦੇਖਦੇ ਹਾਂ, ਆਵਾਜ਼ ਉਹ ਵੀ ਸੁਣਦਾ, ਦੂਜਿਆਂ ਨਾਲ ਉਹ ਵੀ ਬੈਠਦਾ, ਇੰਦਰੇ ਉਹਦੇ ਵੀ ਕੰਮ ਕਰਦੇ ਨੇ, ਦਿਸਦਾ ਹੈ, ਸੁਣਦਾ ਹੈ, ਬੋਲਦਾ ਹੈ, ਦੌੜਦਾ ਹੈ। ਪਰ ਉਹਦੇ ਵੇਖਣ, ਸੁਣਨ ਅਤੇ ਬਾਕੀ ਸਾਰੇ ਐਕਸ਼ਨ ਕਰਨ ਦੇ ਵਿੱਚ ਇੱਕ ਪ੍ਰੌੜ ਉਮਰ ਦੇ ਵਿਅਕਤੀ ਨਾਲੋਂ ਬਹੁਤ ਜ਼ਿਆਦਾ ਫਰਕ ਹੈ। ਉਹ ਅਜੇ ਚੀਜ਼ਾਂ ਦੀ ਪਛਾਣ, ਉਹਨਾਂ ਦੇ ਸੁਭਾਅ ਬਾਰੇ ਨਹੀਂ ਜਾਣਦਾ। ਉਹ ਇਸ ਤਜਰਬੇ ਤੋਂ ਅਜੇ ਖਾਲੀ ਹੈ ਕਿ ਕਿਹੜੀ ਚੀਜ਼ ਦਾ ਸੁਭਾਅ ਕਿਹੋ ਜਿਹਾ ਹੋ ਸਕਦਾ ਹੈ। ਉਸ ਨੂੰ ਉਸੇ ਜੀਵਨ ਦਾ ਇਹ ਅਜੇ ਅਨੁਭਵ ਨਹੀਂ ਹੋਇਆ, ਅਜੇ ਤਜਰਬਾ ਨਹੀਂ ਹੋਇਆ। ਉਹਨੂੰ ਹਰ ਵਧੀਆ ਦਿਸਣ ਵਾਲੀ ਚੀਜ਼ ਜਿਹੜੀ ਹੈ ਚੰਗੀ ਹੀ ਲੱਗੇਗੀ। ਹਰ ਮਿੱਠਾ ਬੋਲਣ ਵਾਲਾ ਜਿਹੜਾ ਹੈ ਉਹਦੇ ਕੰਨ ਵਿੱਚ, ਉਹਦੇ ਕੋਲ ਆ ਕੇ, ਭਾਵੇਂ ਉਹਨੂੰ ਕਿਡਨੈਪ ਕਰਨ ਵਾਲਾ ਹੀ ਹੋਵੇ, ਉਹਨੂੰ ਚੰਗਾ ਲੱਗਦਾ। ਉਹਨੂੰ ਲੱਗਦਾ ਮੇਰਾ ਆਪਣਾ। ਇਵੇਂ ਤਾਂ ਮੇਰੇ ਮਾਂ-ਬਾਪ ਹੀ ਮੈਨੂੰ ਪਿਆਰ ਕਰਦੇ ਨੇ, ਮੇਰਾ ਪਰਿਵਾਰ ਹੀ ਕਰਦਾ ਜਿਵੇਂ ਇਹ ਬੰਦਾ ਕਰਦਾ। ਉਸ ਨੂੰ ਨਹੀਂ ਪਤਾ ਵੀ ਕੁਝ ਖੇਡਾਂ ਐਸੀਆਂ ਨੇ ਸੰਸਾਰ ਦੀਆਂ ਜਿਹੜੀਆਂ ਵੇਖਣ ਨੂੰ ਚੰਗੀਆਂ ਨੇ, ਸੁਣਨ ਨੂੰ ਚੰਗੀਆਂ ਨੇ, ਜਿਹੜੀਆਂ ਬਾਹਰੀ ਤੌਰ ਦੇ ਉੱਤੇ ਬੜੀਆਂ ਵਧੀਆ ਲੱਗਦੀਆਂ ਨੇ, ਪਰ ਉਹਨਾਂ ਦੇ ਅੰਦਰ ਲੁਕਵਾਂ ਜਿਹੜਾ ਭਾਵ ਹੈ ਉਹ ਬੜਾ ਖਤਰਨਾਕ, ਬੜਾ ਨੁਕਸਾਨਦੇਹ, ਬੜਾ ਜ਼ਿੰਦਗੀ ਦੇ ਲਈ ਦੁਖਦਾਈ ਵੀ ਹੋ ਸਕਦਾ। ਵਿਹੜੇ ਦੇ ਵਿੱਚ ਸੱਪ ਆ ਜਾਂਦਾ ਹੈ, ਬੱਚੇ ਨੂੰ, ਛੋਟੇ ਜਿਹੇ ਬੱਚੇ ਨੂੰ, ਬਿਲਕੁਲ ਅਣਜਾਣ ਜਿਹੇ ਬੱਚੇ ਨੂੰ, ਜਿਹਨੂੰ ਅਜੇ ਇੰਨਾ ਨਹੀਂ ਪਤਾ ਵੀ ਖਤਰਾ ਕੀ ਚੀਜ਼ ਹੁੰਦੀ ਹੈ ਤੇ ਖਤਰਾ ਕਿਹੜੇ ਕਿਹੜੇ ਰੂਪ ਵਿੱਚ ਆ ਸਕਦਾ। ਉਹ ਸੋਚਦਾ ਵੀ ਇਹ ਵੀ ਇੱਕ ਖਿਡੌਣਾ ਹੈ ਤੇ ਮੈਂ ਇਹਦੇ ਨਾਲ ਖੇਡ ਲਵਾਂ। ਉਹ ਉੱਧਰ ਨੂੰ ਭੱਜਦਾ ਹੈ ਤੇ ਮਾਂ ਉਹਨੂੰ ਬਾਂਹ ਫੜ ਕੇ ਪਿਛਾਂਹ ਨੂੰ ਖਿੱਚਦੀ। ਉਹ ਫਿਰ ਉੱਧਰ ਨੂੰ ਜਾਣ ਦੀ ਕੋਸ਼ਿਸ਼ ਕਰਦਾ ਹੈ ਤੇ ਮਾਂ ਉਹਨੂੰ ਫਿਰ ਪਿਛਾਂਹ। ਜਦੋਂ ਉਹ ਜ਼ੋਰ ਲਾਈ ਜਾਂਦਾ ਉੱਧਰ ਨੂੰ ਭੱਜਣ ਵਾਸਤੇ ਤੇ ਮਾਂ ਉਹਨੂੰ ਕਈ ਵਾਰ ਥੱਪੜ ਵੀ ਮਾਰਦੀ, ਝਿੜਕਦੀ ਵੀ ਹੈ ਤੇ ਜ਼ੋਰ ਦੀ ਝਟਕਾ ਮਾਰ ਕੇ ਖਿੱਚ ਵੀ ਲੈਂਦੀ। ਮਾਂ ਦੇ ਕੋਲ ਅਨੁਭਵ ਹੈ ਖਤਰੇ ਨੂੰ ਵੇਖਣ ਦਾ, ਬੱਚੇ ਕੋਲ ਨਹੀਂ ਹੈ। ਚੁੱਲ੍ਹੇ ਵਿੱਚ ਅੱਗ ਬਲ ਰਹੀ ਸੀ, ਬੱਚਾ ਦੌੜਿਆ ਆਇਆ, ਉਸਨੇ ਕੋਸ਼ਿਸ਼ ਕੀਤੀ ਇੰਨੀ ਸੋਹਣੀ ਚੀਜ਼ ਜਿਹੜੀ ਇਸ ਚੁੱਲ੍ਹੇ ਦੇ ਵਿੱਚ ਹੈ ਮੈਂ ਇਹਨੂੰ ਫੜਾਂ, ਮੈਂ ਇਹਦੇ 'ਚ ਹੱਥ ਪਾਵਾਂ, ਮੈਂ ਇਹਦੇ ਨਾਲ ਖੇਡਾਂ। ਉਹ ਜਿਉਂ ਹੀ ਯਤਨ ਕਰਦਾ ਹੈ, ਹੱਥ ਉਸ ਚੁੱਲ੍ਹੇ ਦੇ ਵਿੱਚ ਬਲਦੀਆਂ ਹੋਈਆਂ ਲਾਟਾਂ ਜਿਹੜੀਆਂ ਸੁਰਖ ਨੇ, ਲਾਲ ਨੇ,
ਉਹਨਾਂ ਦੇ ਵਿੱਚ ਹੱਥ ਪਾਉਣ ਦਾ ਮਾਂ ਉਹਨੂੰ ਝਿੜਕਦੀ ਹੈ, ਉਹਦੇ ਤੇ ਗੁੱਸਾ ਕਰਦੀ ਹੈ, ਚਲਾਉਂਦੀ ਹੈ। ਮਾਂ ਨੂੰ ਅਨੁਭਵ ਹੈ, ਮਾਂ ਨੂੰ ਤਜਰਬਾ ਹੈ, ਮਾਂ ਨੂੰ ਪਤਾ ਹੈ ਇਸ ਗੱਲ ਦਾ ਵੀ ਇਹ ਖਤਰਾ, ਇਹ ਨੁਕਸਾਨਦੇਹ ਚੀਜ਼ ਹੈ। ਅੱਗ ਵਿੱਚ ਹੱਥ ਪਾਉਣਾ ਅਕਲਮੰਦੀ ਨਹੀਂ, ਸਿਆਣਪ ਨਹੀਂ, ਇਹਦਾ ਨਤੀਜਾ ਬੜਾ ਗਲਤ ਨਿਕਲੇਗਾ। ਬੱਚੇ ਕੋਲੇ ਅਨੁਭਵ ਨਹੀਂ ਹੈ, ਉਹਨੂੰ ਅੱਗ ਸੋਹਣੀ ਲੱਗ ਰਹੀ, ਉਹਨੂੰ ਸੱਪ ਵਧੀਆ ਲੱਗ ਰਿਹਾ ਖਿਡੌਣੇ ਵਰਗਾ, ਤੇ ਉਹਦੇ ਨਾਲ ਖੇਡਣਾ ਚਾਹੁੰਦਾ। ਗਰੀਬ ਨਵਾਜ ਬਾਣੀ ਵਿੱਚ ਕਹਿੰਦੇ ਨੇ, ਚੰਚਲ ਮਤ ਬਾਰਿਕ ਬਪੁਰੇ ਕੀ, ਸਰਪ ਅਗਨ ਕਰ ਮੇਲੇ। ਕਿਉਂ ਕਰਦਾ ਹੈ ਬਾਲਕ ਐਸਾ? ਕਿਉਂਕਿ ਉਹਦੇ ਕੋਲ ਚੰਚਲ ਮਤ ਹੈ। ਚੰਚਲਤਾ ਹੀ ਉਹਨੂੰ ਕਹਿੰਦੇ ਨੇ ਵੀ ਅਨੁਭਵ ਨਹੀਂ ਹੈ, ਇੱਕ ਦੌੜ ਜ਼ਰੂਰ ਹੈ, ਸਮਝ ਨਹੀਂ ਹੈ। ਬਸ ਜੋ ਕੁਝ ਦਿਸ ਰਿਹਾ ਹੈ, ਜੋ ਕੁਝ ਸੁਣਿਆ ਜਾ ਰਿਹਾ ਹੈ, ਜਿਹੋ ਜਿਹੇ ਲੋਕ ਮਿਲ ਰਹੇ ਨੇ, ਬਸ ਉਸੇ ਤਰ੍ਹਾਂ ਦਾ, ਜਿਹੋ ਜਿਹੀ ਵਸਤੂ ਜੋ ਚੰਗੀ ਲੱਗੀ ਵੇਖਣ 'ਚ, ਤੇ ਯਕੀਨ ਕਰ ਲਿਆ ਵੀ ਚੰਗੀ ਹੀ ਹੋਏਗੀ। ਹਜ਼ੂਰ ਮਹਾਰਾਜ ਕਹਿੰਦੇ ਨੇ, ਜਿੱਥੇ ਅਨੁਭਵ ਦੀ ਘਾਟ ਹੋਵੇ, ਤਜਰਬੇ ਦੀ ਘਾਟ ਹੋਵੇ, ਸਮਝ ਦੀ ਘਾਟ ਹੋਵੇ, ਤੇ ਕੇਵਲ ਹਵਾ ਦੇ ਰੁੱਖ ਨਾਲ ਹੀ ਬੰਦਾ ਤੁਰਿਆ ਜਾਏ, ਉਹਨੂੰ ਚੰਚਲਤਾ ਹੀ ਕਹਿੰਦੇ। ਜਿੱਥੇ ਟਿਕਾ ਨਹੀਂ ਹੈ, ਗਹਿਰਾਈ ਨਹੀਂ ਹੈ ਸੁਰਤ ਵਿੱਚ, ਡੂੰਘੀ ਸਿਆਣਪ ਤੇ ਸਮਝ ਦਾ ਅਭਾਵ ਹੈ, ਕਮੀ ਹੈ, ਉੱਥੇ ਚੰਚਲਤਾ ਹੀ ਕਿਹਾ। ਮਹਾਰਾਜ ਨੇ ਬਾਣੀ ਦਾ ਇਹ ਵਾਕ ਆਪਾਂ ਪੜ੍ਹਦੇ ਹਾਂ, ਇਹ ਮਨ ਚੰਚਲਾ। ਮਨ ਨੂੰ ਚੰਚਲ ਕਿਉਂ ਕਿਹਾ? ਮਹਾਰਾਜ ਦੀ ਬਾਣੀ ਦਾ ਖੂਬਸੂਰਤ ਪੱਖ ਇਹ ਹੈ ਕਿ ਜਦੋਂ ਵੀ ਕੋਈ ਅਸੀਂ ਸ਼ਬਦ ਪੜ੍ਹਦੇ ਹਾਂ ਤਾਂ ਉਸ ਸ਼ਬਦ ਦਾ ਆਪਣਾ ਇੱਕ ਦਾਇਰਾ ਹੈ, ਇੱਕ ਸਟਰਕਚਰ ਹੈ ਵਿਚਾਰ ਦਾ। ਕਿਤੇ ਹਜ਼ੂਰ ਮਹਾਰਾਜ ਬਾਣੀ ਵਿੱਚ ਇਹ ਕਹਿੰਦੇ ਨੇ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਧ ਪਾਈ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਜਦੋਂ ਮਨ ਵਾਹਿਗੁਰੂ ਦਾ ਸਰੂਪ ਹੈ, ਜਦੋਂ ਮਨ ਚੋਂ ਹੀ ਸਾਰਾ ਕੁਝ ਖੋਜਣਾ, ਤੇ ਮਨ ਨੂੰ ਚੰਚਲ ਕਿਉਂ ਕਿਹਾ? ਆਪਾਂ ਜਦੋਂ ਬਾਣੀ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਤੇ ਸਤਿਗੁਰੂ ਜੇ ਇਹ ਗੱਲ ਬਾਣੀ 'ਚ ਕਹਿੰਦੇ ਨੇ, ਮਨ ਹਰ ਜੀ ਤੇਰੇ ਨਾਲ ਹੈ, ਜਾਂ ਮਨ ਤੂੰ ਜੋਤ ਸਰੂਪ ਹੈ, ਜਾਂ ਇਹ ਕਹਿੰਦੇ ਨੇ ਇਸ ਮਨ ਕੋ ਕੋਈ ਖੋਜੋ ਭਾਈ, ਤੇ ਫਿਰ ਮਨ ਨੂੰ ਚੰਚਲ ਕਿਉਂ ਕਹਿੰਦੇ ਨੇ? ਉੱਥੇ ਮਨ ਦੀ ਆਪਣੀ ਦਸ਼ਾ, ਇੱਥੇ ਮਨ ਦੀ ਆਪਣੀ ਦਸ਼ਾ। ਮਨ ਜਿਹੋ ਜਿਹੇ ਪ੍ਰਭਾਵ ਵਿੱਚ ਹੈ, ਮਨ ਨੂੰ ਚੇਤਾ ਕਰਾਇਆ ਜਾ ਰਿਹਾ ਵੀ ਤੇਰਾ ਅਸਲ ਵਜੂਦ ਕੀ ਹੈ, ਤੂੰ ਹੈ ਕੀ, ਪਰ ਤੂੰ ਭੁੱਲਿਆ ਹੋਇਆ, ਤੂੰ ਅਨੁਭਵਹੀਣ ਹੈ। ਚੰਚਲ ਉਹਨੂੰ ਉਦੋਂ ਕਿਹਾ ਜਦੋਂ ਮਨ ਅੰਦਰ ਗਹਿਰੀ ਸਮਝ ਨਹੀਂ ਹੈ, ਉਹ ਭਟਕ ਜਾਂਦਾ ਹੈ ਹਰ ਵਸਤੂ ਨੂੰ ਦੇਖ ਕੇ, ਹਰ ਵਾਸ਼ਨਾ ਉਹਦੇ ਉੱਤੇ ਪ੍ਰਭਾਵ ਪਾ ਲੈਂਦੀ ਹੈ, ਹਰ ਬੁਰਾ ਖਿਆਲ ਉਹਦੇ ਉੱਤੇ ਅਸਰਅੰਦਾਜ਼ ਹੋ ਜਾਂਦਾ ਹੈ। ਮਨ ਇੱਕ ਕੂੜੇਦਾਨ ਵਰਗਾ ਬਣ ਜਾਂਦਾ ਹੈ, ਗਾਰਬੇਜ ਬੈਗ ਵਰਗਾ, ਵੀ ਹਰ ਇੱਕ ਗੰਦਗੀ ਉਹਦੇ ਵਿੱਚ ਸਮਾਈ ਤੁਰੀ ਜਾਂਦੀ ਹੈ, ਸਮਾਈ ਤੁਰੀ ਜਾਂਦੀ ਹੈ। ਨਿਰਖ ਪਰਖ ਕੋਈ ਨਹੀਂ ਵੀ ਇਹ ਚੀਜ਼ ਚੰਗੀ ਹੈ ਕਿ ਨਹੀਂ, ਇਹ ਸੁਣਨਾ ਸਹੀ ਹੈ ਕਿ ਗਲਤ ਹੈ, ਇਹ ਵੇਖਣਾ ਸਹੀ ਹੈ ਕਿ ਗਲਤ ਹੈ, ਇਹ ਸੋਚਣਾ ਸਹੀ ਹੈ ਕਿ ਗਲਤ ਹੈ, ਇਹ ਸੋਬਤ ਸੰਗਤ ਚੰਗੀ ਹੈ ਵੀ ਕਿ ਨਹੀਂ ਹੈ, ਉਹਨੂੰ ਨਿਰਖ ਪਰਖ ਕੋਈ। ਬਸ ਜਿਹੜੀ ਚੀਜ਼ ਆਉਂਦੀ ਉਹ ਉਹਨੂੰ ਅਸੈਪਟ ਕਰੀ ਜਾਂਦਾ, ਲਗਾਤਾਰ ਉਹਨੂੰ ਅਸੈਪਟ ਕਰੀ ਜਾ ਰਿਹਾ ਵੀ ਠੀਕ ਹੈ, ਜੋ ਵੀ ਮਿਲਦਾ ਮਿਲ ਹੀ ਰਿਹਾ, ਕੁਝ ਭਾਵੇਂ ਜ਼ਹਿਰ ਹੀ ਸਹੀ, ਮਿਲ ਹੀ ਰਿਹਾ, ਭਾਵੇਂ ਮੈਲ ਤੇ ਗੰਦਗੀ ਸਹੀ। ਇਸ ਵਾਸਤੇ ਅਨੁਭਵਹੀਣਾ ਮਨ, ਗਿਆਨ ਤੋਂ ਵਿਹੂਣਾ ਮਨ, ਤਜਰਬੇ ਤੋਂ ਨਾ ਸਿੱਖਣ ਵਾਲਾ ਮਨ, ਉਹਨੂੰ ਮਹਾਰਾਜ ਚੰਚਲ ਆਖਦਾ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਏ। ਤੇ ਜਿਹੜਾ ਚੰਚਲ ਸਮਝ ਤੋਂ ਹੀਣਾ ਹੋਏਗਾ, ਉਹਨੂੰ ਚਤੁਰਾਈ ਕਰਨ ਦੀ ਲੋੜ ਪਏਗੀ, ਕੁਝ ਚਲਾਕੀਆਂ ਕਰੇਗਾ। ਜਿਹੜਾ ਬੰਦਾ ਸਮਝ ਦੇ ਤਲ ਤੇ ਜੀਂਦਾ, ਉਹਨੂੰ ਚਲਾਕੀ ਕਰਨ ਦੀ ਲੋੜ ਨਹੀਂ ਹੈ, ਉਹ ਜੋ ਹੈ ਸੋ ਹੈ। ਉਹਨੂੰ ਆਪਣੀ ਸਮਝ, ਆਪਣੇ ਅਨੁਭਵ ਉੱਤੇ ਮਾਣ ਹੁੰਦਾ ਹੈ, ਆਪਣੇ ਤਜਰਬੇ ਉੱਤੇ ਉਹਨੂੰ ਮਾਣ ਹੁੰਦਾ ਹੈ, ਕਿਉਂਕਿ ਉਹਨੇ ਉਹ ਹੰਢਾਈ ਹੈ ਚੀਜ਼, ਉਹਨੇ ਉਹ ਵੇਖੀ ਹੈ ਚੀਜ਼, ਉਹਨੇ ਉਸ ਨੂੰ ਮਾਣਿਆ, ਉਹਨੇ ਉਹਦੇ ਤੇ ਮਸ਼ੱਕਤ ਘਾਲਣਾ ਤੇ ਸਟਰਗਲ ਕੀਤਾ ਹੈ। ਸਿਆਣਪ ਕੋਈ ਦੁਕਾਨਾਂ ਤੇ ਵਿਕਣ ਵਾਲੀ ਵਸਤੂ ਨਹੀਂ ਹੈ ਵੀ ਅਸੀਂ ਪੈਸੇ ਖਰਚੀਏ ਤੇ ਲੈ ਲਈਏ। ਇਵੇਂ ਤੇ ਦੁਨੀਆ ਦੇ ਸਾਰੇ ਧਨੀ ਅਕਲਮੰਦ ਹੀ ਹੁੰਦੇ, ਅਕਲ ਉਹਨਾਂ ਦੇ ਤਿਜੋਰੀਆਂ ਵਿੱਚ ਕੈਦ ਹੁੰਦੀ, ਪਰ ਐਸਾ ਨਹੀਂ ਹੈ। ਜਿਹੜੀ ਡੂੰਘੀ ਸਮਝ ਹੈ, ਨਾ ਇਹ ਸੁਹੱਪਣ ਦੀ ਮੁਥਾਜ ਹੈ, ਨਾ ਇਹ ਤਾਕਤ ਦੀ ਮੁਥਾਜ ਹੈ, ਨਾ ਇਹ ਪੈਸੇ ਦੀ ਮੁਥਾਜ ਹੈ, ਨਾ ਇਹ ਪਦਵੀ ਦੀ ਮੁਥਾਜ ਹੈ।
ਇਹ ਤਾਂ ਜੀਵਨ ਦੀਆਂ ਟੱਕਰਾਂ ਤੇ ਠੋਕਰਾਂ ਦੇ ਵਿੱਚੋਂ ਕਮਾਈ ਜਾਂਦੀ। ਇਹਦੇ ਲਈ ਤਾਂ ਬਹੁਤ ਡੂੰਘੀ ਸੁਰਤ, ਡੂੰਘਾ ਅਨੁਭਵ ਚਾਹੀਦਾ ਹੈ, ਉੱਚੀ ਸੁਰਤ ਚਾਹੀਦੀ ਹੈ। ਗਰੀਬ ਨਵਾਜ ਮਹਾਰਾਜ ਨੇ ਇਸ ਕਰਕੇ ਬਾਣੀ ਦੇ ਵਿੱਚ ਸਾਨੂੰ ਇਹ ਅਹਿਮ ਨੁਕਤਾ ਸਮਝਾਇਆ ਹੈ, ਬੜਾ ਅਹਿਮ, ਬੜਾ ਕੀਮਤੀ। ਹਜ਼ੂਰ ਕਹਿੰਦੇ ਨੇ ਜਿੱਥੇ ਚੰਚਲਤਾਈ ਹੋਈ ਨਾ ਉੱਥੇ ਚਲਾਕੀਆਂ ਤੇ ਚਤੁਰਾਈਆਂ ਦਾ ਜ਼ੋਰ ਹੋਏਗਾ ਜੀਵਨ, ਕਿਉਂਕਿ ਉੱਥੇ ਬੰਦੇ ਕੋਲ ਕੋਈ ਚੀਜ਼ ਹੈ ਨਹੀਂ। ਉਹ ਫਿਰ ਜੋ ਕੁਝ ਵੀ ਕਰਦਾ ਆਰਟੀਫੀਸ਼ੀਅਲ ਕਰਦਾ, ਜੋ ਕੁਝ ਵੀ ਕਰਦਾ ਵਿਖਾਉਣ ਨੂੰ, ਤੇ ਵਿਖਾਉਣ ਦਾ ਮਤਲਬ ਇਹ ਹੁੰਦਾ ਵੀ ਅਗਲੇ ਨੂੰ ਉਲਝਾ ਲਓ, ਅਗਲੇ ਨੂੰ ਰਿਅਲਾਈਜ਼ ਕਰਾ ਦਿਓ ਵੀ ਬਿਲਕੁਲ ਸਹੀ ਹੈ। ਯਾਨੀ ਕਿ ਜਿਵੇਂ ਮੁਲੰਮੇ ਦੇ ਗਹਿਣੇ ਸੋਨੇ ਦੇ ਕਹਿ ਕੇ ਵੇਚ ਦੇਣੇ, ਚਲਾਕੀ ਹੁੰਦੀ ਉੱਥੇ, ਚਤੁਰਾਈ ਹੁੰਦੀ ਉੱਥੇ, ਵੀ ਰਿਐਲਿਟੀ ਕੁਝ ਨਹੀਂ। ਬਸ ਰਿਐਲਿਟੀ ਵਰਗਾ ਤੁਸੀਂ ਵਿਖਾ ਕੇ ਤੇ ਅਗਲੇ ਨੂੰ ਇੱਕ ਵਾਰ ਧੋਖਾ ਦੇ, ਉਹਦੀ ਅਕਲ ਤੇ ਉਹਦੀ ਸਮਝ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰੋ, ਉਹਨੂੰ ਭੁਲੇਖੇ 'ਚ ਰੱਖਣ ਦੀ ਕੋਸ਼ਿਸ਼ ਕਰੋ ਵੀ ਸਹੀ ਹੈ, ਸਹੀ ਹੈ, ਸਹੀ ਹੈ, ਸ਼ੁੱਧ ਹੈ, ਵਧੀਆ ਹੈ। ਪਰ ਬੇਸਿਕਲੀ ਐਸਾ ਹੈ ਨਹੀਂ। ਉਹਨੂੰ ਆਪਾਂ ਚਲਾਕੀ, ਬੰਦਾ ਚਲਾਕੀ ਖੇਡ। ਤੂੰ ਮਹਾਰਾਜ ਇਸ ਕਰਕੇ ਬਾਣੀ ਵਿੱਚ ਫਰਾਉਂਦੇ ਹੀ ਮਨ ਚੰਚਲਾ ਚਤੁਰਾਈ ਕਿਨੇ ਨਾ ਮਨਾ, ਤੂੰ ਚਤੁਰਾਈਆਂ ਕਰਦਾ ਹੈ, ਚਲਾਕੀਆਂ ਕਰਦਾ ਹੈ, ਕਿਉਂਕਿ ਤੇਰੇ ਕੋਲ ਸਮਝ ਕੋਈ ਨਹੀਂ। ਤੂੰ ਹਮੇਸ਼ਾ ਦੂਜਿਆਂ ਨੂੰ ਧੋਖੇ 'ਚ ਰੱਖਣਾ ਚਾਹੁੰਦਾ ਹੈ। ਜੋ ਤੂੰ ਹੈ ਨਹੀਂ ਉਹ ਤੂੰ ਵੰਡ ਦੀ ਕੋਸ਼ਿਸ਼ ਕਰਦਾ ਹੈ, ਜੋ ਤੂੰ ਹੈ ਉਹ ਤੂੰ ਵਿਖਾਉਣਾ ਨਹੀਂ ਚਾਹੁੰਦਾ। ਇਸ ਵਾਸਤੇ ਸਾਹਿਬ ਨੇ ਸ਼ਬਦ ਵਰਤਿਆ ਵਿਖੈ ਬਾਚ, ਹੇ ਭਾਈ ਵਿਸ਼ਿਆਂ ਤੋਂ ਬਚ, ਮੰਦੇ ਖਿਆਲ ਮੰਦੀ ਵਾਸ਼ਨਾ ਤੋਂ ਦੂਰ ਰਹਿ, ਤੇ ਕੀ ਕਰ ਹਰ ਰਾਚ ਹਰੀ ਨਾਲ ਰਚਿਆ ਰਹੋ। ਰਚਨਾ ਮਿਚਣਾ ਭਾਵ ਇੱਕ ਸੁਰ ਹੋਣਾ, ਵਾਹਿਗੁਰੂ ਪਰਮੇਸ਼ਰ ਦਾ ਪ੍ਰਭਾਵ ਕਬੂਲਣਾ, ਉਹਦੇ ਨਾਮ, ਉਹਦੇ ਗੁਣ, ਉਹਦੀ ਯਾਦ ਵਿੱਚ ਇੱਕ ਸੁਰ ਹੋਣਾ। ਕਹਿੰਦੇ ਨੇ ਸਮਝ ਮਨ ਬੌਰਾ ਰੇ, ਹੇ ਮੇਰੇ ਝੱਲੇ ਮਨ, ਵਿਕਾਰਾਂ ਵਿੱਚ ਕੰਬਲੇ ਹੋਏ ਮਨ, ਇਸ ਗੱਲ ਨੂੰ ਸਮਝ ਜਿਹੜੀ ਮੈਂ ਤੈਨੂੰ ਕਹਿ ਰਿਹਾ, ਜਿਹੜੀ ਮੈਂ ਮੱਤ ਤੈਨੂੰ ਦੇ ਰਿਹਾ, ਮੇਰੀ ਇਸ ਮੱਤ ਨੂੰ ਸਮਝਣ ਦੀ ਕੋਸ਼ਿਸ਼ ਕਰ ਵੀ ਇਹਦੇ ਵਿੱਚ ਕਿੰਨਾ ਡੂੰਘਾ ਜੀਵਨ ਦਾ ਅਰਥ ਲੁਕਿਆ ਹੋਇਆ। ਫਿਰ ਕਹਿੰਦੇ ਹਨ ਨਿਰਭੈ ਹੋਏ ਨਾ ਹਰ ਭਜੇ, ਮਨ ਬੌਰਾ ਰੇ, ਇਹ ਮੇਰੇ ਝੱਲੇ ਕਮਲੇ ਮਨ, ਤੂੰ ਨਿਰਭੈ ਹੋ ਕੇ, ਯਾਨੀ ਕਿ ਸਹਿਮ ਤੋਂ ਮੁਕਤ ਹੋ ਕੇ ਹਰੀ ਪਰਮੇਸ਼ਰ ਨੂੰ ਜਪਦਾ ਨਹੀਂ। ਤੈਨੂੰ ਹਰ ਵੇਲੇ ਸਹਿਮ ਪਿਆ ਰਹਿੰਦਾ, ਜੇ ਮੈਂ ਆਹ ਨਾ ਕੀਤਾ ਤੇ ਕੀ ਹੋਏਗਾ, ਆਹ ਨਾ ਕੀਤਾ। ਸਾਨੂੰ ਸਹਿਮ ਨੇ ਮਨ ਤੇ, ਕੁਝ ਹੈ ਸਾਡੇ ਅੰਦਰ ਵਾਸ਼ਨਾ ਦਾ ਕਿ ਜੇ ਮੈਂ ਛੱਡ ਦਿੱਤੀ ਤੇ ਬਾਅਦ ਵਿੱਚ ਮੈਂ ਕੀ ਕਰਾਂਗਾ, ਫਿਰ ਮੇਰੇ ਕੋਲ ਕੀ ਕੰਮ ਰਹਿ ਜਾਏ। ਮਨ ਨੂੰ ਲੱਗਦਾ ਇਹੋ ਹੀ ਜ਼ਿੰਦਗੀ ਹੈ, ਕਿਉਂਕਿ ਡਿਪੈਂਡ ਹੋ ਜਾਂਦਾ। ਜਿਵੇਂ ਕਈ ਵਾਰ ਬੰਦੇ ਨੂੰ ਲੱਗਦਾ ਨਹੀਂ ਵੀ ਜੇ ਮੈਂ ਇਹ ਪੋਸਟ ਛੱਡ ਦਿਆਂ, ਪਦਵੀ ਛੱਡ ਦਿਆਂ, ਤੇ ਮੇਰੇ ਕੋਲ ਕੰਮ ਕੀ ਬਚਿਆ, ਮੈਂ ਜਾਊਂ ਕਿੱਥੇ, ਕਰੂੰ ਕੀ। ਆਪਾਂ ਅਕਸਰ ਵੇਖਦੇ ਹਾਂ ਨਾ, ਰਾਜਨੀਤਿਕ ਲੋਕ ਜਿਹੜੇ ਉਹ ਮਰਨ ਤੱਕ ਜਾਂਦੇ ਨੇ। ਕਿਉਂ ਜਾਂਦੇ ਨੇ? ਉਹਨਾਂ ਨੂੰ ਲੱਗਦਾ ਵੀ ਮੈਂ ਸਧਾਰਨ ਜਿਹਾ ਬੰਦਾ ਬਣ ਕੇ ਕਿਵੇਂ ਜੀਊਂ, ਆਮ ਲੋਕਾਂ ਵਾਂਗ ਮੈਨੂੰ ਲਾਈਨਾਂ 'ਚ ਖਲੋਣਾ ਪਿਆ ਤੇ ਮੇਰਾ ਹਾਲ ਕੀ ਹੋਏਗਾ। ਕਿਉਂਕਿ ਆਪਣਾ ਹੀ ਇੱਕ ਸਟੇਟਸ ਸਿੰਬਲ ਸਿਰਜ ਲਿਆ, ਉਹਦੇ ਤੋਂ ਥੱਲੇ ਹੁਣ ਕੋਈ ਚੀਜ਼ ਗਵਾਰਾ ਨਹੀਂ। ਜੇ ਮੈਂ ਅੱਗੇ ਇੱਕ ਦਿਨ ਬਿਨਾਂ ਕੀਤੀ ਸੀ, ਬੰਦੇ ਦੀ ਸੁਰਤ ਕਿਹੜੀ ਚੀਜ਼ ਤੇ ਅਟਕੀ ਹੈ? ਜਿੱਤ ਉੱਤੇ। ਹਰ ਜਗ੍ਹਾ ਤੇ ਮੇਰੀ ਜਿੱਤ ਹੋਵੇ। ਪਰ ਬੰਦਾ ਕਦੇ ਇਹ ਗੱਲ ਨਹੀਂ ਸੋਚਦਾ ਵੀ ਜੇ ਨਾ ਹੋਈ ਤੇ ਫੇਰ ਕਿਵੇਂ ਹੈਂਡਲ ਕਰਨਾ ਹੈ। ਇਸੇ ਕਰਕੇ ਅਸੀਂ ਡਿਪਰੈਸ਼ਨ ਦੇ ਮਰੀਜ਼ ਹੁੰਦੇ ਹਾਂ। ਨਫਾ ਹੋਵੇ, ਵਾਧਾ ਹੋਵੇ, ਆਪਾਂ ਸਾਰੇ ਸੋਚਦੇ ਹਾਂ, ਸੋਚਣਾ ਵੀ ਬਣਦਾ, ਕੋਈ ਮਾੜੀ ਗੱਲ ਨਹੀਂ। ਪਰ ਇੱਕ ਪਲ ਲਈ ਜੇ ਬੰਦਾ ਇਹ ਸੋਚੇ ਵੀ ਮੰਨ ਲਓ ਜੇ ਨਾ ਨਫਾ ਹੋਇਆ ਤੇ ਕਿਵੇਂ ਉਹ ਸਿਚੁਏਸ਼ਨ ਨੂੰ ਹੈਂਡਲ ਕਿਵੇਂ ਕਰਾਂਗਾ, ਆਪਣੇ ਮਨ ਨੂੰ ਕਿਵੇਂ ਸਮਝਾਉਣਾ ਹੈ, ਕਿਵੇਂ ਆਪਣੇ ਮਨ ਨੂੰ ਪ੍ਰਪੇਅਰ ਕਰਨਾ ਵੀ ਮਨਾ ਕੋਈ ਗੱਲ ਨਹੀਂ, ਨਾ ਵੀ ਹੋਇਆ ਨਫਾ ਤੇ ਕੋਈ ਗੱਲ ਨਹੀਂ, ਫਿਰ ਕੀ ਹੈ। ਜਦੋਂ ਬੰਦਾ ਦੂਜਾ ਪਹਿਲੂ ਨਹੀਂ ਨਾ ਜੀਵਨ ਦਾ ਸੋਚਦਾ ਤੇ ਅਚਾਨਕ ਉਹ ਸਿਚੁਏਸ਼ਨ ਬਣ ਜਾਏ ਜਿਹਦੇ ਬਾਰੇ ਉਹ ਪ੍ਰਪੇਅਰ ਹੀ ਨਹੀਂ, ਜਾਂ ਜਿਹਦੇ ਬਾਰੇ ਉਹਨੇ ਆਪਣੇ ਮਨ ਨੂੰ ਕਦੇ ਸਮਝਾਉਣ ਦਾ ਯਤਨ ਹੀ ਨਹੀਂ ਕੀਤਾ, ਉਦੋਂ ਹਿੱਲ ਜਾਂਦਾ ਹੈ ਮਨੁੱਖ, ਡਾਵਾਂ ਡੋਲ ਹੋ ਜਾਂਦਾ ਹੈ ਮਨੁੱਖ। ਜਾਂ ਤਾਂ ਉਹ ਖਿੱਚਦਾ, ਜਾਂ ਉਹ ਉਡਾਂਭਾ ਦਿੰਦਾ, ਜਾਂ ਉਹ ਡਿਪਰੈਸ਼ਨ ਦਾ ਮਰੀਜ਼ ਹੁੰਦਾ।
ਮਾਯੂਸ ਤੇ ਉਦਾਸ, ਕਿਉਂਕਿ ਉਹਨੇ ਇਹੀ ਸਮਝਿਆ ਜਿੱਤ, ਨਫਾ, ਸੁਖ, ਸੁਵਿਧਾ, ਰਿਸਪੈਕਟ, ਇਹ ਚੀਜ਼ਾਂ ਹੀ ਲਾਈਫ ਨੇ। ਉਹਨੇ ਇਹ ਨਹੀਂ ਵੇਖਿਆ ਵੀ ਨਹੀਂ, ਸਿੱਕੇ ਦੇ ਦੋਵੇਂ ਪਹਿਲੂ ਹੁੰਦੇ ਨੇ। ਜੇ ਉਦੋਂ ਆਪੋਜਿਟ ਸਿਚੁਏਸ਼ਨ ਬਣੀ ਤੇ ਫਿਰ ਗਰੀਬ ਨਵਾਜ਼ ਮਹਾਰਾਜ ਇਸ ਨੂੰ ਕਹਿੰਦੇ ਨੇ ਵੀ ਤੂੰ ਸਹਿਮ ਵਿੱਚ ਜੀਣਾ। ਸਾਨੂੰ ਸਹਿਮ ਕਾਹਦਾ ਹੈ, ਡਰ ਕਾਹਦਾ ਹੈ, ਸੰਸਾ ਕਾਹਦਾ ਹੈ? ਜੇ ਨੁਕਸਾਨ ਹੋ ਗਿਆ ਤੇ, ਜੇ ਦੁੱਖ ਆ ਗਿਆ ਤੇ, ਜੇ ਅਗਲੇ ਨੇ ਸਤਿਕਾਰ ਨਾ ਕੀਤਾ ਤੇ। ਇਸ ਸਹਿਮ ਦੇ ਵਿੱਚ ਅਸੀਂ ਹਰ ਵੇਲੇ ਆਪਣੇ ਆਪ ਨੂੰ ਦਿਨ ਦਿਨ, ਘੜੀ ਘੜੀ, ਹਰ ਪਲ ਜਿਹੜਾ ਹੈ ਤਕਲੀਫ ਦਿੰਦੇ ਰਹਿੰਦੇ। ਜੇ ਐਸਾ ਹੋ ਗਿਆ ਤੇ ਫਿਰ ਕੀ ਹੋਏਗਾ? ਯਾਨੀ ਕਿ ਹੋਣਾ ਨਹੀਂ ਚਾਹੀਦਾ, ਨਹੀਂ ਹੋਣਾ ਚਾਹੀਦਾ, ਠੀਕ ਹੈ, ਪਰ ਮੰਨ ਲਿਆ ਜੇ ਹੋ ਗਿਆ, ਹੁੰਦਾ ਵੀ ਹੈ, ਫਿਰ ਕੀ ਹੋਏਗਾ? ਹੁਣ ਮੁਸੀਬਤ ਭਾਵੇਂ ਆਈ ਹੈ ਜਾਂ ਨਹੀਂ ਆਈ, ਪਰ ਉਹਦਾ ਪਰਛਾਵਾਂ ਸਾਡੇ ਉੱਤੇ ਹਰ ਵੇਲੇ ਪਿਆ ਰਹਿੰਦਾ ਹੈ। ਜੇ ਐਸਾ ਹੋ ਗਿਆ ਤੇ ਉਹ ਚੀਜ਼ ਜਿਹੜੀ ਹੈ ਸਾਡੇ ਮਨ ਨੂੰ ਹਰ ਵੇਲੇ ਪਰੇਸ਼ਾਨੀ ਦੇ ਆਲਮ ਵਿੱਚ ਰੱਖਦੀ। ਜਿਵੇਂ ਹਜ਼ੂਰ ਨੇ ਕਿਹਾ ਨਾ, ਜਿਸ ਗ੍ਰੇ ਬਹੁਤ ਤਿਸੈ ਗ੍ਰੇ ਚਿੰਤਾ। ਉਹ ਜਿਹੜਾ ਪਰਛਾਵਾਂ ਹੈ ਉਸ ਚੀਜ਼ ਦਾ, ਦੁੱਖ ਦਾ ਪਰਛਾਵਾਂ, ਉਹ ਸਾਡੇ ਉੱਤੇ ਪਿਆ ਰਹਿੰਦਾ। ਦੁੱਖ ਭਾਵੇਂ ਸਾਡੇ ਤੋਂ ਦੂਰ ਹੀ ਖੜਾ, ਪਰ ਉਹਦਾ ਕੱਦ ਇੰਨਾ ਉੱਚਾ ਵੀ ਪਰਛਾਵਾਂ ਉਹਦਾ ਸਾਡੇ ਤੇ ਪੈਂਦਾ। ਅਸੀਂ ਸਹਿਮੇ ਰਹਿੰਦੇ ਹਾਂ, ਡਰ ਦੇ ਸਾਏ ਵਿੱਚ ਜੀਨੇ ਹਾਂ, ਭੈ ਵਿੱਚ ਜੀਨੇ ਹਾਂ। ਜਿਵੇਂ ਸ਼ੇਰ ਦੇ ਲਾਗੇ ਬੱਕਰੀ ਨਹੀਂ ਬੰਨੀ ਹੋਵੇ, ਉਹਨੂੰ ਹਰਿਆ ਘਾਹ ਵੀ ਪਾਇਆ ਪਰ ਖਾਂਦੀ ਨਹੀਂ, ਉਹਨੂੰ ਸ਼ੇਰ ਦੀਦਾ, ਉਹਨੂੰ ਖੁਰਾਕ ਨਹੀਂ ਦੀਦੀ, ਉਹਨੂੰ ਇਹ ਲੱਗਦਾ ਵੀ ਪਤਾ ਨਹੀਂ ਮੈਨੂੰ ਛੱਡੇਗਾ ਕਿ ਨਹੀਂ ਛੱਡੇਗਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸੇ ਤਰ੍ਹਾਂ ਆਖਿਆ ਵੀ ਸਾਡਾ ਮਨ ਜਿਹੜਾ ਹੈ ਨਾ, ਉਹ ਹਮੇਸ਼ਾ ਸਹਿਮ ਵਿੱਚ, ਨਿਰਭੈ ਹੋਏ ਨਾ ਹਰ ਭਜੇ। ਹੁਣ ਇੱਕ ਚੀਜ਼ ਦਾ ਖਿਆਲ ਰੱਖੀਏ, ਇੱਥੇ ਨਿਰਭੈਤਾ ਦਾ ਭਾਵ ਮਨ ਦੇ ਅੰਦਰ ਜਿਹੜੇ ਸਹਿਮ ਸਾਨੂੰ ਪਏ ਹੋਏ ਨੇ ਉਹਨਾਂ ਦੀ ਗੱਲ ਹੈ। ਇਹਦਾ ਮਤਲਬ ਇਹ ਨਹੀਂ ਬੰਦਾ ਕੋਠੇ ਚੜ੍ਹ ਕੇ ਛਾਲ ਮਾਰਦਾ। ਅਸੀਂ ਨਿਰਭੈਤਾ ਦਾ ਕਈ ਵਾਰ ਬਹੁਤ ਗਲਤ ਅਰਥ ਵੀ ਲੈ ਲੈਂਦੇ ਹਾਂ ਵੀ ਕੋਈ ਯਤਨ ਹੀ ਨਾ ਕਰੋ, ਐਵੇਂ ਕੰਧਾਂ ਚ ਵੱਜਦੇ ਫਿਰੋ, ਐਵੇਂ ਲੜਾਈਆਂ ਲੈਂਦੇ ਫਿਰੋ। ਨਹੀਂ, ਇਹ ਨਿਰਭੈਤਾ ਨਹੀਂ ਹੈ, ਬੇਸਮਝੀ ਹੈ। ਜਿੱਥੇ ਹਾਂ ਅਸੂਲ ਦੀ ਗੱਲ ਹੈ, ਸੱਚ ਦੀ ਗੱਲ ਹੈ, ਚੰਗਿਆਈ ਦੀ ਗੱਲ ਹੈ, ਉੱਥੇ ਬੰਦਾ ਕੁਰਬਾਨ ਵੀ ਹੋਵੇ, ਉਹਨੂੰ ਸ਼ਹਾਦਤ ਪ੍ਰਾਪਤ ਹੁੰਦੀ ਹੈ। ਬਿਨਾਂ ਸਮਝ ਤੋਂ, ਬਿਨਾਂ ਮਨ ਦੀ ਗਹਿਰਾਈ ਨੂੰ ਜਾਣੇ ਤੋਂ ਗਰੀਬ ਨਵਾਜ਼ ਮਹਾਰਾਜ ਕਹਿੰਦੇ ਨੇ, ਨਿਰਭੈ ਹੋਏ ਨਾ ਹਰ ਭਜੇ, ਮਨ ਬੌਰਾ ਰੇ, ਗਇਓ ਨਾ ਰਾਮ ਜਹਾਜ਼, ਤੂੰ ਸੰਸਾਰ ਭਵਜਲ ਨੂੰ ਤਰਨ ਲਈ ਵਾਹਿਗੁਰੂ ਦੇ ਨਾਮ ਦਾ ਜਹਾਜ਼ ਆਸਰਾ ਨਹੀਂ ਤੱਕਿਆ ਅਜੇ ਤੱਕ। ਤੇ ਕੁਝ ਉਦਾਹਰਨਾਂ ਉਹਨਾਂ ਨੇ ਦਿੱਤੀਆਂ ਸਾਡੇ ਮਨ ਦੀ ਦਸ਼ਾ ਸਮਝਾਉਣ ਲਈ। ਪਹਿਲੀ ਉਦਾਹਰਣ ਉਹਨਾਂ ਨੇ ਦਿੱਤੀ ਹੈ, ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼, ਕਾਮ ਸੁਆਏ ਗਜ ਬਸ ਪਰੇ, ਮਨ ਬੌਰਾ ਰੇ, ਅੰਕਸ਼ ਸਹਿਓ ਸੀਸ। ਸੰਸਾਰ 'ਚ ਐਸੀ ਕੋਈ ਚੀਜ਼ ਨਹੀਂ, ਕੋਈ ਜੀਵ ਨਹੀਂ, ਕੋਈ ਮਨੁੱਖ ਨਹੀਂ ਜਿਹਦੀ ਕੋਈ ਕਮਜ਼ੋਰੀ ਨਾ ਹੋ। ਹਿਰਨ ਨੂੰ ਸ਼ਿਕਾਰੀ ਨੇ ਫੜਨਾ ਤਾਂ ਜਿਹੜੀ ਚੀਜ਼ ਉਹਨੂੰ ਚੰਗੀ ਲੱਗਦੀ ਹੈ ਨਾ, ਸ਼ਿਕਾਰੀ ਨੇ ਉਹਨੂੰ ਹੀ ਉਹਦੀ ਕਮਜ਼ੋਰੀ ਬਣਾਇਆ। ਉਹਨੂੰ ਇੱਕ ਸਾਊਂਡ, ਇੱਕ ਆਵਾਜ਼, ਇੱਕ ਨਾਦ ਚੰਗਾ ਲੱਗਦਾ ਹੈ, ਉਹਨੂੰ ਘੰਡੇ ਏੜੇ ਦਾ ਰਾਗ ਜਾਂ ਨਾਦ ਜਾਂ ਆਵਾਜ਼ ਕਹਿੰਦੇ ਨੇ। ਸ਼ਿਕਾਰੀ ਉਹੋ ਹੀ ਵਜਾਉਂਦਾ, ਉਹ ਮਸਤ ਹੋਇਆ ਉੱਧਰ ਨੂੰ ਖਿੱਚਿਆ ਤੁਰਿਆ ਆਉਂਦਾ ਕਿਉਂਕਿ ਉਹਨੂੰ ਚੰਗਾ ਲੱਗਦਾ। ਜਿਉਂ-ਜਿਉਂ ਨੇੜੇ ਆਉਂਦਾ ਤਿਉਂ-ਤਿਉਂ ਸ਼ਿਕਾਰੀ ਦੇ ਰੇਂਜ ਵਿੱਚ ਆਉਂਦਾ ਜਾਂਦਾ। ਜੇ ਤਾਂ ਉਹਨੇ ਜਿਉਂਦੇ ਫੜਨਾ ਹੋਵੇ ਤੇ ਜਾਲ ਪਾਉਂਦਾ, ਤੇ ਜੇ ਮਾਰਨਾ ਹੋਵੇ ਤੇ ਉਹਦੀ ਜਦੋਂ ਸ਼ਿਸਤ ਹੇਠ, ਨਿਸ਼ਾਨੇ ਹੇਠ ਆ ਜਾਂਦਾ, ਉਦੋਂ ਫੁੰਡ ਦਿੰਦਾ, ਮਾਰ ਦਿੰਦਾ। ਉਹਨੂੰ ਉਹ ਚੀਜ਼ ਪਿਆਰੀ ਲੱਗਦੀ ਹੈ, ਪਰ ਉਹਨੇ ਇਹ ਨਹੀਂ ਵੇਖਿਆ ਵੀ ਮੈਨੂੰ ਚੰਗੀ ਲੱਗਣ ਵਾਲੀ ਚੀਜ਼ ਦੀ ਵਰਤੋਂ ਕਿਹੜਾ ਬੰਦਾ ਕਰ ਰਿਹਾ। ਉਹ ਇਸ ਗੱਲ ਤੋਂ ਬੇਖਬਰ। ਭਵਰਾ ਫੁੱਲ ਦੇ ਉੱਤੇ ਆ ਕੇ ਬੈਠਦਾ, ਸੁਗੰਧੀ ਨੂੰ ਮਾਣਦਾ, ਇਹ ਉਹਦੀ ਖੁਰਾਕ, ਇਹ ਉਹਦਾ ਜੀਵਨ ਹੈ। ਪਰ ਇੱਕ ਦਿਨ ਉਹਦੇ 'ਚ ਇੰਨਾ ਮਸਤ ਹੋ ਜਾਂਦਾ ਕਿ ਉਹਨੂੰ ਟਾਈਮ ਦਾ ਹੀ ਪਤਾ ਨਹੀਂ ਲੱਗਦਾ। ਸੂਰਜ ਅਸਤ ਹੋ ਜਾਂਦਾ, ਫੁੱਲ ਆਪਣੀਆਂ ਪੰਖੜੀਆਂ ਸਮੇਟ ਲੈਂਦਾ ਤੇ ਉਹ ਦਮ ਘੁੱਟ ਕੇ ਵਿੱਚ ਹੀ ਮਰ ਜਾਂਦਾ। ਉਹਨੂੰ ਪ੍ਰੇਮ ਤੇ ਹੈ, ਪਰ ਉਹ ਬਾਕੀ ਆਲਾ ਦੁਆਲਾ ਸਾਰਾ ਭੁੱਲ ਗਿਆ। ਹੁਣ ਉਹ ਚੀਜ਼ ਉਹਦਾ ਗੁਣ ਸੀ,
ਉਹਦੀ ਲਾਈਫ ਲਾਈਨ, ਉਹਦੀ ਜ਼ਿੰਦਗੀ ਸੀ, ਪਰ ਮੌਤ ਦਾ ਕਾਰਨ ਵੀ ਉਹੀ ਬਣੀ, ਜੀਵਨ ਦੇ ਖਾਤਮੇ ਦਾ ਕਾਰਨ ਵੀ ਉਹੀ ਚੀਜ਼ ਬਣੀ। ਸਤਿਗੁਰੂ ਮਹਾਰਾਜ ਨੇ ਇਸੇ ਤਰ੍ਹਾਂ ਬਾਣੀ ਦੇ ਵਿੱਚ ਇਹ ਉਦਾਹਰਣ ਦਿੱਤੀ, ਹਾਥੀ ਜਿਹੜਾ ਹੈ ਉਸ ਨੂੰ ਕਾਮ ਵਾਸ਼ਨਾ ਦਾ ਬਿੰਬ ਵਰਤਿਆ ਬਾਣੀ ਦੇ ਵਿੱਚ। ਤੁਸੀਂ ਹੈਰਾਨ ਹੋਵੋਗੇ, ਹਾਥੀ ਸ਼ਾਕਾਹਾਰੀ ਹੁੰਦਾ, ਤੇ ਗੁਰੂ ਗ੍ਰੰਥ ਸਾਹਿਬ ਜਿੱਥੇ ਵੀ ਕਾਮੀ ਦੀ ਉਦਾਹਰਣ ਦਿੱਤੇ ਉੱਤੇ ਹਾਥੀ ਦੀ ਦਿੱਤੀ, ਪੱਤੇ ਖਾਂਦਾ ਹੈ। ਪਰ ਉਹਦੀ ਇਸ ਕਮਜ਼ੋਰੀ ਨੂੰ, ਜਿਸ ਵੇਲੇ ਹੁਣ ਏਡਾ ਭਾਰੀ ਭਰਕਮ ਜੀਵ ਹੈ ਕਿ ਇਨਸਾਨ ਦੇ ਵੱਸ ਦੀ ਖੇਡ ਨਹੀਂ ਵੀ ਉਹਦੇ ਨਾਲ ਸਿੱਝ ਲੈ, ਉਹਦੀ ਤਾਕਤ ਦੇ ਸਾਹਮਣੇ ਇਨਸਾਨ ਦੀ ਕੀ ਤਾਕਤ, ਮਨੁੱਖ ਦੀ ਕੀ ਤਾਕਤ ਹੈ। ਹਾਥੀ ਨਾਲ ਬੰਦਾ ਕਿਵੇਂ ਲੜ ਸਕਦਾ, ਕਿਵੇਂ ਉਹਨੂੰ ਕੰਟਰੋਲ ਤੇ ਕਾਬੂ ਕਰ ਸਕਦਾ? ਪਰ ਉਹਨੂੰ ਕੰਟਰੋਲ ਕਰਨ ਦੀ ਵੀ ਬੰਦੇ ਨੇ ਉਹਦੀ ਕਮਜ਼ੋਰੀ ਲੱਭ ਲਈ। ਕਮਜ਼ੋਰੀਆਂ ਉਹਦੀਆਂ ਦੋ ਨੇ। ਉਹਨੂੰ ਜਦੋਂ ਫੜਨਾ ਤਾਂ ਉਹਦੀ ਕਾਮਗ੍ਰਸਤ ਬਿਰਤੀ ਨੂੰ ਆਧਾਰ ਬਣਾਇਆ, ਇੱਕ ਨਕਲੀ ਢਾਂਚਾ ਹਸਤਨੀ ਦਾ ਖੜਾ ਕਰਕੇ ਉਹਨੂੰ ਟੋਏ 'ਚ ਸੁੱਟ ਲਿਆ, ਫਿਰ ਉਹਨੂੰ ਆਪਣੇ ਆਧਾਰ ਨਾਲ ਕਾਬੂ ਕੀਤਾ। ਫਿਰ ਉਹਦੇ ਉੱਤੇ ਬਹਿ ਕੇ ਲੋਹੇ ਦਾ ਇੱਕ ਅੰਕਸ਼ ਸਹਿਓ ਸੀਸ, ਅੰਕਸ਼ ਕਹਿੰਦੇ ਨੇ ਲੋਹੇ ਦੀ ਇੱਕ ਰੌਡ ਛੋਟੀ ਜੀ, ਉਹਨੂੰ ਫਿਰ ਉਹਦੇ ਮੱਥੇ ਦੇ ਵਿੱਚ, ਜਿੱਥੋਂ ਕੰਟਰੋਲ ਹੋ ਸਕਦਾ ਹੈ, ਉੱਥੇ ਟਕੋਰ ਮਾਰ ਮਾਰ ਕੇ ਉਹਨੂੰ ਮੈਂਟਲੀ ਆਪਣੇ ਕੰਟਰੋਲ 'ਚ ਕਰ। ਉਹਦੀ ਤਾਕਤ ਨੂੰ ਨਹੀਂ, ਉਹਨੂੰ ਵੱਡੇ ਵੱਡੇ ਰੱਸੇ ਪਾਉਣ ਦੀ ਲੋੜ ਨਹੀਂ ਪਈ। ਹਾਥੀ ਨੂੰ ਕਦੇ ਵੱਜਾ ਵੇਖਣਾ, ਨਿੱਕੀ ਜੀ ਸੰਗਲੀ ਉਹਦੇ ਪੈਰ ਨੂੰ ਪਾ ਕੇ ਉਹਨੂੰ ਬੱਧਾ, ਜੋ ਮਾੜਾ ਜਿਹਾ ਝਟਕਾ ਮਾਰਦਾ ਤੇ ਤੜਾ ਕੇ ਨਿਕਲ ਸਕਦਾ, ਐਡੀ ਗੱਲ ਨਹੀਂ। ਪਰ ਉਹ ਮੈਂਟਲੀ ਜਦੋਂ ਅੰਦਰੋਂ ਹੀ ਜਦੋਂ ਉਹਨੇ ਆਪਣਾ ਆਪ ਹਵਾਲੇ ਕਰ ਦਿੱਤਾ ਹੈ, ਸਰੈਂਡਰ ਕਰ ਦਿੱਤਾ ਹੈ, ਨਹੀਂ ਤੋੜਦਾ। ਇਸ ਵਾਸਤੇ ਉਹਦੇ ਸਿਰ ਦੇ ਉੱਤੇ ਉਹਨੂੰ ਇਲਮ ਹੀ ਨਹੀਂ ਹੁੰਦਾ ਵੀ ਬੜਾ ਕਮਜ਼ੋਰ ਜਿਹਾ ਬੰਦਾ ਮੇਰੇ ਉੱਤੇ ਬੈਠਾ ਹੈ, ਮੇਰਾ ਕੁਝ ਨਹੀਂ ਕਰ ਸਕਦਾ। ਪਰ ਉਹਨੂੰ ਲੱਗਦਾ ਨਹੀਂ, ਮੇਰਾ ਮਾਲਕ ਬੈਠਾ ਮੇਰੇ ਸਿਰ ਉੱਤੇ। ਨਿੱਕਾ ਜਿਹਾ ਡੰਡਾ, ਫਿਰ ਤਾਂ ਲੋਹੇ ਦੀ ਛੜੀ ਦੀ ਲੋੜ ਵੀ ਨਹੀਂ ਪੈਂਦੀ, ਰੌਡ ਦੀ ਲੋੜ ਵੀ ਨਹੀਂ ਪੈਂਦੀ, ਜਿਹਨੂੰ ਅੰਕਸ਼ ਕਹਿੰਦੇ ਨੇ। ਡੰਡਾ ਜਿਹਾ ਫੜ ਕੇ ਨਾ, ਛੋਟਾ ਜਿਹਾ, ਉਹੀ ਉਹਦੇ ਮੱਥੇ 'ਚ ਐਵੇਂ ਮਾਰੀ ਜਾਂਦਾ ਹੈ, ਤੇ ਉਹਨੂੰ ਆਪਣੀ ਮਰਜ਼ੀ ਨਾਲ ਭਾਰੀ ਭਾਰੀ ਕੰਮ ਉਹਦੇ ਤੋਂ ਲੈ। ਗਰੀਬ ਨਵਾਜ਼ ਕਹਿੰਦੇ ਨੇ, ਕਿਹੜੀ ਚੀਜ਼ ਕਰਕੇ ਉਹ ਬੰਦੇ ਦੇ ਕਾਬੂ ਆ ਗਿਆ? ਆਪਣੀ ਕਾਮਗ੍ਰਸਤ ਬਿਰਤੀ ਕਰਕੇ। ਉਹ ਕਾਮ ਵਿੱਚ ਇੰਨਾ ਆਉਂਦਾ, ਉਹਨੂੰ ਸਾਹਮਣੇ ਨਹੀਂ ਦੀਦਾ ਕੁਝ, ਵੀ ਮੈਂ ਖਾਤੇ 'ਚ ਡਿੱਗ ਰਿਹਾ, ਟੋਏ 'ਚ ਡਿੱਗ ਰਿਹਾ, ਇੱਕ ਢਾਂਚਾ ਮੈਨੂੰ ਬਣਾ ਕੇ ਮੈਨੂੰ ਧੋਖਾ ਜ਼ਾਲ ਸਾਜੀ 'ਚ ਫਸਾਇਆ ਜਾ ਰਿਹਾ, ਆਲਾ ਦੁਆਲਾ ਉਹਨੂੰ ਦੇਸ ਹੀ ਨਹੀਂ ਰਿਹਾ। ਉਹ ਤਾਂ ਆਪਣੀ ਬਿਰਤੀ ਦੇ ਵਿੱਚ ਹੀ ਇੰਨਾ ਗਵਾਚਾ ਹੋਇਆ, ਆਪਣੀ ਵਾਸ਼ਨਾ 'ਚ ਹੀ ਇੰਨਾ ਅੰਨਾ ਹੈ ਵੀ ਉਹਨੂੰ ਆਲਾ ਦੁਆਲਾ ਕਿਸੇ ਚੀਜ਼ ਦੀ ਖਬਰ ਨਹੀਂ, ਉਹਨੂੰ ਵੀ ਹੋ ਕੀ ਰਿਹਾ ਮੇਰੇ ਨਾਲ। ਇਸ ਨੂੰ ਮਹਾਰਾਜ ਕਹਿੰਦੇ ਨੇ ਅੰਕਸ਼ ਸਹਿਓ ਸੀਸ, ਤੇ ਸ਼ਬਦ ਵਰਤੇ ਕਾਮ ਸੁਆਏ ਗਜ ਬਸ ਪਰੇ, ਪਰਾਏ ਵਸ ਪੈ ਜਾਂਦਾ ਹੈ, ਗੁਲਾਮੀ ਕਰਦਾ ਫਿਰ ਸਾਰੀ ਉਮਰ। ਇਸੇ ਤਰ੍ਹਾਂ ਹਜ਼ੂਰ ਨੇ ਇਸ ਉਦਾਹਰਣ ਰਾਹੀਂ ਸਾਨੂੰ ਕਿਹਾ ਕਿ ਜੇ ਵਾਸ਼ਨਾ ਵਿੱਚ ਅੰਨਾ ਹੋ ਜਾਏ ਬੰਦਾ, ਕੰਟਰੋਲ ਉਹਨੂੰ ਨਹੀਂ, ਖਬਰ ਨਹੀਂ ਰਹਿੰਦੀ ਨਾ ਧਰਮ ਦੀ, ਨਾ ਦੁਨੀਆ ਦੀ, ਨਾ ਸਿਹਤ ਦੀ, ਨਾ ਦੌਲਤ ਦੀ, ਆਪਣੇ ਹੱਥੀਂ ਲਾਏ ਬਾਗ ਨੂੰ ਉਜਾੜਦਾ, ਤਬਾਹ ਵਾ ਬਰਬਾਦ ਕਰ। ਫਿਰ ਕਹਿੰਦੇ ਨੇ ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ, ਛੂਟਨ ਕੋ ਸੰਸਾ ਪਰਿਆ ਮਨ ਬੌਰਾ ਰੇ, ਨਾਚਿਓ ਘਰ ਘਰ ਬਾਰ। ਇੱਕ ਮਦਾਰੀ ਨੂੰ ਆਪਾਂ ਵੇਖਿਆ, ਭਾਰਤ ਵਿੱਚ ਮਦਾਰੀ ਆਉਂਦੇ ਸਨ ਤਾਂ ਬਾਂਦਰ ਨੂੰ ਨਾਲ ਲਿਆਉਂਦੇ ਸਨ, ਉਹਦੇ ਗਲ 'ਚ ਰੱਸੀ ਪਾਈ ਹੋਈ। ਹੁਣ ਉਹ ਸਾਈ ਦੇ ਉੱਤੇ ਨੱਚਦਾ, ਤਮਾਸ਼ੇ ਕਰਦਾ, ਉਹਦੀ ਰੋਜ਼ੀ ਰੋਟੀ ਹੈ। ਪਰ ਇੱਕ ਚੰਚਲ, ਇੱਕ ਜਗ੍ਹਾ ਨਾ ਟਿਕਣ ਵਾਲਾ ਉਹ ਮਰਕਟ ਬਾਂਦਰ ਜਿਹੜਾ, ਉਹਦੇ ਕਾਬੂ ਆ ਕਿਵੇਂ ਗਿਆ? ਇੰਨਾ ਤੇਜ਼ ਦੌੜਦਾ ਉਹ, ਇੱਕ ਰੁੱਖ ਦੇ ਉੱਤੇ ਇੱਕ ਪਾਲੀ ਵੀ ਉਹ ਟੇਕੇ ਨਹੀਂ ਬਹਿੰਦਾ, ਇੰਨਾ ਚੰਚਲ ਹੈ, ਇੰਨਾ ਚਲਾਕ ਜੀਵ ਹੈ। ਪਰ ਇੱਕ ਬੰਦੇ ਨੇ ਉਹਨੂੰ ਰੱਸੀ ਪਾ ਕੇ ਕਾਬੂ ਕਿਵੇਂ ਕਰ ਲਿਆ, ਤੇ ਉਹਦੇ ਇਸ਼ਾਰੇ ਤੇ ਨੱਚੀ ਕਿਵੇਂ ਜਾਂਦਾ ਉਹ? ਉਹਦੀ ਲਾਲਚੀ ਬਿਰਤੀ ਨੇ ਉਹਨੂੰ ਇੱਥੋਂ ਤੱਕ ਲਿਆਂਦਾ। ਜ਼ਮੀਨ ਦੇ ਵਿੱਚ ਇੱਕ ਤੰਗ ਮੂੰਹ ਵਾਲਾ ਭਾਂਡਾ ਮਿੱਟੀ ਦਾ ਗੱਡ ਕੇ ਉਹਦੇ ਵਿੱਚ ਦਾਣੇ ਪਾ ਦੇ। ਬਾਂਦਰ ਦਾ ਸੁਭਾਅ ਉਹਦੇ ਵਿੱਚ ਹੱਥ ਜਦੋਂ ਪਾਉਂਦਾ ਤਾਂ ਖੁੱਲ੍ਹਾ ਹੀ ਪਾਉਣਾ ਹੈ। ਆਪਾਂ ਵੀ ਭਾਂਡੇ 'ਚੋਂ ਚੀਜ਼ ਕੱਢਣੀ ਹੋਵੇ ਤੇ ਹੱਥ ਖੁੱਲ੍ਹਾ ਪਾਵਾਂਗੇ ਤੇ ਫਿਰ
ਮੁੱਠੀ ਬੰਦ ਕਰਕੇ ਬਾਹਰ ਨੂੰ ਕੱਢਾਂ। ਉਹ ਜਦੋਂ ਦਾਣਿਆਂ ਦੀ ਮੁੱਠ ਭਰ ਕੇ ਬਾਹਰ ਨੂੰ ਖਿੱਚਦਾ ਤੇ ਹੱਥ ਅੜ ਜਾਂਦਾ। ਇੰਨੀ ਅਕਲ ਉਹਦੀ ਕੰਮ ਨਹੀਂ ਕਰਦੀ ਵੀ ਮੈਂ ਹੱਥ ਖੋਲ ਕੇ ਬਾਹਰ ਕੱਢ ਲਵਾਂ। ਹੱਥ ਖੁੱਲੇਗਾ, ਹੱਥ ਢਿੱਲਾ ਹੋਏਗਾ ਤਾਂ ਭਾਂਡੇ ਦੇ ਛੋਟੇ ਜਿਹੇ ਮੂੰਹ ਚੋਂ ਬਾਹਰ ਆ ਜਾਣਾ ਜਿਵੇਂ ਪਿਆ ਸੀ, ਪਰ ਉਹ ਦਾਣਿਆਂ ਦੀ ਮੁੱਠ ਛੱਡਦਾ ਨਹੀਂ ਤੇ ਹੱਥ ਬਾਹਰ ਨਿਕਲਦਾ ਨਹੀਂ। ਟਾਹਣੀ ਟਾਹਣੀ ਉੱਤੇ ਦੌੜਨ ਵਾਲਾ ਇੰਨਾ ਚੰਚਲ ਤੇ ਚਲਾਕ ਜੀਵ ਉਸ ਮਦਾਰੀ ਦੇ ਕਾਬੂ ਆ ਜਾ। ਫਿਰ ਕੀ ਹੁੰਦਾ ਜੀ? ਹਜ਼ੂਰ ਫਰਮਾਉਂਦੇ ਨੇ, ਛੂਟਣ ਕੋ ਸਾਂਸਾ ਭਰਿਆ। ਛੁੱਟੇ ਕਿਵੇਂ? ਛੁੱਟ ਸਕਦਾ ਸੀ ਪਰ ਉਹ ਦਾਣੇ ਨੇ ਜਿਹੜੇ ਮੁੱਠੀ ਵਿੱਚ ਉਹ ਨਹੀਂ ਛੱਡਣਾ ਚਾਹੁੰਦਾ। ਲਾਲਚ ਛੁੱਟ ਸਕਦਾ ਸੀ, ਜੇ ਲਾਲਚ ਛੱਡ ਦਿੰਦਾ ਤੇ ਛੁੱਟ ਸਕਦਾ ਸੀ। ਉਹ ਲਾਲਚ ਨਹੀਂ ਛੱਡਦਾ ਤੇ ਲਾਲਚ ਉਹਨੂੰ ਫਸਾਈ ਜਾਂਦਾ ਹੈ। ਨਾਚਿਓ ਘਰ ਘਰ ਬਾਰ, ਬਾਰ ਸ਼ਬਦ, ਬਾਰ ਦਾ ਅਰਥ ਹੈ ਦਰਵਾਜ਼ੇ ਉੱਤੇ। ਹਰ ਘਰ ਵਿੱਚ ਤੇ ਹਰ ਦਰਵਾਜ਼ੇ ਉੱਤੇ ਜਾ ਕੇ ਫਿਰ ਮਦਾਰੀ ਦੇ ਇਸ਼ਾਰੇ ਤੇ ਨੱਚਦਾ, ਸਾਰੀ ਉਮਰ ਨੱਚਦਾ। ਸਤਿਗੁਰੂ ਕਹਿੰਦੇ ਨੇ ਹੁਣ ਉਹ ਕਿਹੜੀ ਚੀਜ਼ ਦਾ ਵਜ੍ਹਾ ਹੈ? ਲਾਲਚ ਦੀ ਗ੍ਰਿਫਤ ਵਿੱਚ ਉਹਨੂੰ ਇਹ ਨਹੀਂ ਦੀਦਾ ਵੀ ਇਹ ਭਾਂਡਾ ਜਿਹੜਾ ਮੇਰੇ ਲਈ ਕੱਢਿਆ ਗਿਆ, ਉਹਨੂੰ ਇਹ ਨਹੀਂ ਦੀਦਾ ਵੀ ਇਹ ਦਾਣੇ ਮੈਨੂੰ ਫਸਾਉਣ ਲਈ ਪਾਏ ਗਏ ਨੇ, ਮੇਰੇ ਭਲੇ ਲਈ ਨਹੀਂ ਪਾਏ ਗਏ। ਪਰ ਉਹ ਲਾਲਚ ਦੀ ਬਿਰਤੀ ਵਿੱਚ ਇੰਨਾ ਮੁਬਤਲਾ ਹੈ ਉਹ ਉਸ ਵੇਲੇ ਅੰਦਰੋਂ ਉਹਨੂੰ ਹੋਰ ਕੁਝ ਨਹੀਂ ਸੋਚਦਾ, ਉਹਨੂੰ ਇਹ ਸੋਚਦਾ ਵੀ ਦਾਣੇ ਬਾਹਰ ਕੱਢ ਲਓ, ਇਹ ਮੈਂ ਨਹੀਂ ਛੱਡਣੇ, ਇਹ ਮੇਰੇ ਹਨ। ਇਹਦੇ ਇਵਜ਼ ਵਿੱਚ ਉਹ ਜਿਹੜੀ ਸਜ਼ਾ ਭੋਗਦਾ ਉਹ ਬਹੁਤ ਵੱਡੀ ਹੈ। ਮੁੱਠ ਦਾਣਿਆਂ ਦੇ ਲਾਲਚ ਵਿੱਚ ਜਿਹੜੀ ਸਜ਼ਾ ਮਾਣਦਾ ਉਹ ਬਹੁਤ ਲੰਮੀ ਮਾਣਦਾ, ਸਾਰੀ ਉਹ ਜ਼ਿੰਦਗੀ ਦੀ ਸਜ਼ਾ। ਤਾਂ ਪਾਤਸ਼ਾਹ ਜੀ ਅੱਗੇ ਫਰਮਾਉਂਦੇ ਨੇ, ਜਿਉ ਨਲਨੀ ਸੁਵਟਾ ਗਹਿਓ ਮਨ ਬੌਰਾ ਰੇ ਮਾਇਆ ਇਉ ਵਿਵਹਾਰ। ਤੋਤੇ ਜਿਹੜੇ ਨੇ ਉਹ ਇੱਕ ਢੋਲ ਜਿਹਾ, ਖੋਲ ਜਿਹਾ ਬਣਾ ਕੇ ਉਹਨੂੰ ਡੰਡਿਆਂ ਉੱਤੇ ਲਾ ਕੇ ਥੱਲੇ ਪਾਣੀ ਦਾ ਭਾਂਡਾ ਭਰ ਕੇ ਰੱਖ ਦਿੱਤਾ, ਉਹਨੂੰ ਨਲਣੀ ਕਹਿੰਦੇ। ਉਹ 'ਚ ਦਾਣੇ ਪਾ ਦਿੱਤੇ ਜਾਂਦੇ ਨੇ ਵਿਚਕਾਰ ਉਹਦੇ, ਤੇ ਉਹ ਜਦੋਂ ਆ ਕੇ ਦਾਣੇ ਚੁਗਦਾ ਹੈ ਉੱਡ ਸਕਦਾ ਹੈ। ਉਹ ਪਾਣੀ ਇੰਨਾ ਥੱਲੇ ਨਹੀਂ ਹੁੰਦਾ, ਪਰ ਉਹ ਆਪਣਾ ਜਦੋਂ ਪਰਛਾਵਾਂ ਥੱਲੇ ਵੇਂਦਾ ਉਹਨੂੰ ਲੱਗਦਾ ਮੈਂ ਡੁੱਬ ਜਾਣਾ, ਉਹਦੇ 'ਚੋਂ ਨਿਕਲਦਾ ਨਹੀਂ ਤੇ ਥੱਲੇ ਉਹਨੂੰ ਆਪਣਾ ਪਰਛਾਵਾਂ, ਇੱਕ ਡਰ ਪੈ ਜਾਂਦਾ ਵੀ ਮੈਂ ਡੁੱਬ ਜਾਣਾ। ਇਸ ਵਾਸਤੇ ਜ਼ਰੂਰ ਕਹਿੰਦੇ, ਜਿਉ ਨਲਨੀ ਸੁਵਟਾ ਗਹਿਓ ਮਨ ਬੌਰਾ ਰੇ ਮਾਇਆ ਇਹ ਵਿਹਾਰ। ਮਾਇਆ ਦਾ ਵੀ ਇਹ ਵਿਹਾਰ ਹੈ। ਬੰਦਾ ਸੋਚਦਾ ਨਾ ਚੀਜ਼ ਹੋਈ ਤੇ ਮੇਰਾ ਕੀ ਬਣੇਗਾ, ਕਿਸੇ ਸਤਿਕਾਰ ਨਾ ਦਿੱਤਾ ਤੇ ਕੀ ਹੋਏਗਾ, ਸਹਿਮ ਡਰ ਕੀ ਹੋਏਗਾ, ਫਿਰ ਕੀ ਹੋਵੇਗਾ, ਜੇ ਵਾਸ਼ਨਾ ਨਾ ਰਹੀ ਤੇ ਕੀ ਹੋਵੇਗਾ, ਜੇ ਮੈਂ ਲਾਲਚ ਨਾ ਕਰਾਂ ਤੇ ਗੁਜ਼ਾਰਾ ਕਿਵੇਂ ਹੋਏਗਾ, ਜੇ ਮੈਂ ਹੰਕਾਰ ਨਾ ਕਰਾਂ ਤਾਂ ਮੈਨੂੰ ਜਾਣੇਗਾ ਕੌਣ। ਡਰ ਹੀ ਹੈ ਨਾ। ਇਸ ਵਾਸਤੇ ਜ਼ਰੂਰ ਕਹਿੰਦੇ ਨੇ, ਜੈਸਾ ਰੰਗ ਕੁਸੁੰਭ ਕਾ ਮਨ ਬੌਰਾ ਰੇ ਤਿਉ ਪਸਰਿਓ ਪਾਸਾਰ। ਇਵੇਂ ਦਾ ਪਸਾਰਾ ਹੈ ਕੁਸੁੰਭੇ ਦਾ ਰੰਗ। ਦੋ ਰੰਗਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇੱਕ ਦੂਜੇ ਨਾਲ ਕੰਪੇਅਰ ਕਰਕੇ ਆਉਂਦਾ ਹੈ, ਕੁਸੁੰਭ ਤੇ ਮਜੀਠ। ਮਜੀਠ ਦਾ ਗੂੜਾ ਰੰਗ, ਐਸਾ ਰੰਗ ਕੱਪੜਾ ਹੰਡ ਜਾਏ ਰੰਗ ਨਹੀਂ ਉਤਰੇ। ਕੁਸੁੰਭਾ ਬੇਸਿਕਲੀ ਇੱਕ ਫੁੱਲ ਹੈ ਤੇ ਮਜੀਠ ਇੱਕ ਬੂਟੀ ਦੀ ਜੜ, ਉਹਨੂੰ ਕੁੱਟ ਕੇ ਪੀਸ ਕੇ ਘੋਲ ਕੇ ਉਹਦਾ ਰੰਗ ਚਾੜਿਆ ਜਾਂਦਾ, ਉਹਦਾ ਰੰਗ ਨਹੀਂ ਉਤਰਦਾ। ਤੇ ਕੁਸੁੰਭ ਇੱਕ ਫੁੱਲ ਹੈ, ਕੁਸੁੰਭਾ। ਦੇਖ ਕੁਸੁੰਭਾ ਰੰਗੁਲਾ ਕਾਹੇ ਭੂਲ ਲਾਗੇ। ਉਹਦਾ ਰੰਗ ਬੜਾ ਸ਼ੋਖ, ਬੜਾ ਗੂੜਾ ਹੁੰਦਾ ਹੈ, ਲਾਲ ਸੁਰਖ। ਤੇ ਜੇ ਤੁਸੀਂ ਉਹਦੀ ਪੱਤੀ ਫੜ ਕੇ ਨਾ ਫੁੱਲ ਦੀ ਤੇ ਉਹਨੂੰ ਆਪਣੇ ਹੱਥ ਨਾਲ ਮਾੜਾ ਜਿਹਾ ਐਵੇਂ ਛੁਹਾਓ, ਟੱਚ ਕਰੋ, ਤੇ ਉਹਦਾ ਰੰਗ ਤੁਹਾਡੇ ਹੱਥ ਨੂੰ ਲੱਗ ਜਾਣਾ। ਇੰਨਾ ਕੱਚਾ ਹੁੰਦਾ, ਦਿਸਦਾ ਗੂੜਾ ਪਰ ਹੁੰਦਾ ਕੱਚਾ ਹੈ। ਜਾਨੀ ਕਿ ਰੰਗ ਗੂੜਾ ਦਿਸਦਾ ਹੈ, ਸ਼ੋਖ ਹੈ ਬੜਾ ਗੂੜਾ, ਬੜਾ ਡਾਰਕ, ਪਰ ਟਿਕਦਾ ਮਿੰਟ ਵੀ ਨਹੀਂ, ਨਾਲ ਦੀ ਨਾਲ ਉਤਰ ਜਾਂਦਾ। ਇਹ ਸਤਿਗੁਰੂ ਮਹਾਰਾਜ ਦਾ ਵਾਕ ਸਾਨੂੰ ਦੱਸਦਾ ਹੈ, ਜ਼ਰੂਰੀ ਨਹੀਂ ਜਿਹੋ ਜਿਹੇ ਗੂੜੇ ਰੰਗ ਤੈਨੂੰ ਨਜ਼ਰ ਆਉਂਦੇ ਨੇ ਇਹ ਪੱਕੇ ਹੀ ਹੋਣ, ਕੱਚੇ ਵੀ ਹੋ ਸਕਦੇ। ਫੁੱਲ ਦੀਆਂ ਪੱਤੀਆਂ ਦੇ ਰੰਗ ਵੀ ਕੱਚੇ ਹੋ ਸਕਦੇ ਨੇ, ਤੇ ਕਿਸੇ ਬੂਟੇ ਦੀ ਜੜ ਦਾ ਰੰਗ ਵੀ ਪੱਕਾ ਹੋ ਸਕਦਾ ਹੈ। ਜੜ ਦੀਦੀ ਨਹੀਂ, ਪਰ ਗੁਣੀ ਬੰਦਾ ਉਹਨੂੰ ਲੱਭ ਲੈਂਦਾ। ਜੜ ਤੇ ਜ਼ਮੀਨ 'ਚ ਤੇ ਫੁੱਲ ਉੱਤੇ।
ਪਰ ਖੋਜਣ ਵਾਲੇ ਨੇ ਪੱਕਾ ਰੰਗ ਮਿੱਟੀ ਚੋਂ ਵੀ ਖੋਜ ਲਿਆ, ਤੇ ਭਟਕਣ ਵਾਲਾ ਜਿਹੜਾ ਸੀ ਉਹਨੇ ਜੋ ਰੰਗ ਦਿਸਿਆ ਉਹਦੇ ਤੇ ਗੁੰਮਰਾਹ ਹੋ, ਉਹਨੂੰ ਪੱਕਾ ਸਮਝਿਆ। ਇਸ ਵਾਸਤੇ ਜ਼ਰੂਰ ਕਹਿੰਦੇ ਨੇ, ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ। ਇਹ ਭਾਈ, ਜੇ ਤੂੰ ਅੰਦਰੋਂ ਇਹਨਾਂ ਵਾਸ਼ਨਾ ਵਿਸ਼ਿਆਂ ਦਾ ਬੱਝਾ ਹੋਇਆ ਹੈ ਨਾ, ਤੇ ਚੇਤਾ ਰੱਖ, ਭਾਵੇਂ ਤੂੰ ਬੜੇ ਤੀਰਥਾਂ ਦਾ ਇਸ਼ਨਾਨ ਕਰਦਾ ਹੋਵੇਂ, ਬੜੇ ਨਹਾਉਣ ਨੂੰ ਤੇਰੇ ਤੀਰਥ ਜਿੱਥੇ ਮਰਜੀ ਜਾ। ਪੂਜਨ ਕਉ ਬਹੁ ਦੇਵ, ਪੂਜਣ ਲਈ ਦੇਵਤੇ ਵੀ ਬੜੇ ਨੇ ਤੇ ਨਹਾਉਣ ਲਈ ਤੀਰਥ ਵੀ ਬੜੇ। ਫਿਰ ਵੀ ਬੰਦੇ ਦੀ ਬਿਰਤੀ ਵਿੱਚ ਕੋਈ ਫਰਕ ਨਹੀਂ ਪੈਂਦਾ। ਉਹ ਦੇਵਤੇ ਮਨਾਉਂਦਾ ਹੈ, ਰਸਮਾਂ ਕਰਦਾ ਹੈ, ਪੂਜਾ ਪ੍ਰਤਿਸ਼ਠਾ ਕਰਦਾ ਹੈ ਤੇ ਵਾਪਸ ਆ ਜਾਂਦਾ। ਤੀਰਥ ਤੇ ਜਾਂਦਾ ਹੈ, ਚੁੱਭੀਆਂ ਲਾਉਂਦਾ ਹੈ ਤੇ ਵਾਪਸ ਆ ਜਾਂਦਾ। ਹਜ਼ੂਰ ਨੇ ਇਸੇ ਕਰਕੇ ਕਿਹਾ ਨਾ, ਬਾਹਰ ਧੋਤੀ ਤੂਮੜੀ ਅੰਦਰ ਵੇਸ ਨਕੋਰ, ਸਾਧ ਭਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ। ਸਾਧ ਨਾ ਵੀ ਨਹਾਏ ਤੇ ਸਾਧ ਰਹੇਗਾ, ਚੋਰ ਨਹਾ ਵੀ ਆਏ ਤੇ ਚੋਰ ਰਹੇਗਾ, ਜੇ ਉਹਨੇ ਅੰਦਰੋਂ ਕੁਝ ਨਹੀਂ ਤਿਆਗਿਆ, ਅੰਦਰ ਦੀ ਮੈਲ ਨਹੀਂ ਲਾਈ ਤਾਂ। ਪਰ ਅਸੀਂ ਗਿਣਤੀ ਦੇ ਕਾਰਜ ਕਰਨ ਵਾਲੇ ਬੰਦੇ ਨੂੰ ਪਦਵੀ ਦਿੰਦੇ ਹਾਂ ਵੀ ਬਹੁਤ ਧਰਮੀ ਹੈ, ਕਿਉਂਕਿ ਜੋ ਦਿਸਦਾ ਉਹ ਵਿਕਦਾ ਹੈ। ਉਹਦੀ ਦਿੱਖ ਵਿਕ ਗਈ। ਇੱਕ ਸਧਾਰਨ ਬੰਦਾ ਕਿੰਨਾ ਵੀ ਇਮਾਨਦਾਰ ਹੋਵੇ, ਕਿੰਨਾ ਵੀ ਧਰਮੀ ਹੋਵੇ, ਕਿੰਨਾ ਵੀ ਚੰਗਾ ਹੋਵੇ, ਸਾਨੂੰ ਲੱਗਦਾ ਇਹ ਤਾਂ ਬੰਦਾ ਕੋਈ ਧਰਮ ਕਰਮ ਤੇ ਕਰਦਾ ਨਹੀਂ, ਇਹ ਧਰਮੀ ਕਿਵੇਂ ਹੋ ਸਕਦਾ। ਤੋ ਗਰੀਬ ਨਵਾਜ ਮਹਾਰਾਜ ਇੱਥੇ ਕਹਿੰਦੇ ਨੇ, ਨਾਵਨ ਕੋ ਤੀਰਥ ਘਨੇ ਮਨ ਬਉਰਾ ਰੇ, ਪੂਜਨ ਕੋ ਬਹੁ ਦੇਵ, ਕੋ ਕਬੀਰ ਛੂਟਨ ਨਹੀਂ। ਪਰ ਇਹਨਾਂ ਕਰਮ ਕਾਂਡਾਂ ਨਾਲ ਵੀ ਛੁੱਟਿਆ ਨਹੀਂ ਜਾਣਾ, ਅੰਦਰ ਦੀ ਵਾਸ਼ਨਾ ਨਹੀਂ ਲੈਣੀ। ਕਿਵੇਂ ਲੱਥੇਗੀ? ਛੂਟਨ ਹਰ ਕੀ ਸੇਵ, ਪਰਮੇਸ਼ਰ ਦੀ ਇਬਾਦਤ ਨਾਲ, ਵਾਹਿਗੁਰੂ ਦੇ ਉਪਦੇਸ਼, ਵਾਹਿਗੁਰੂ ਦੇ ਹੁਕਮ ਅਨੁਸਾਰ ਚੱਲ ਕੇ, ਗੁਰੂ ਉਪਦੇਸ਼ ਰਾਹੀਂ ਜਗਤ ਦੀ ਡੂੰਘੀ ਸੂਝ ਪਾ ਕੇ, ਆਤਮ ਵਿਵੇਕੀ ਹੋ ਕੇ, ਹਜ਼ੂਰ ਕਹਿੰਦੇ ਨੇ ਅੰਦਰ ਦੇ ਬੰਧਨਾਂ ਤੋਂ ਛੁੱਟਿਆ ਜਾ ਸਕਦਾ ਹੈ, ਅੰਦਰ ਦੀਆਂ ਵਾਸ਼ਨਾਵਾਂ ਤੋਂ ਛੁੱਟਿਆ ਜਾ ਸਕਦਾ ਹੈ। ਗਰੀਬ ਨਵਾਜ ਕਿਰਪਾ ਕਰਨ, ਸ਼ਬਦ ਦਾ ਉਪਦੇਸ਼ ਸਾਡੇ ਸਭਨਾਂ ਦੇ ਮਨ ਹਿਰਦਿਆਂ 'ਚ ਵਸੇ। ਗਰੀਬ ਨਵਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।